ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ। ਕਥਿਤ ਘੁਟਾਲੇ ਦਾ ਜ਼ਿਕਰ ਹੋ ਰਿਹਾ ਹੈ। ਪੰਜਾਬ ਦੀ ਸਰਕਾਰ ਨੇ ਇਸੇ ਮਾਮਲੇ ਵਿੱਚ ਸਖਤੀ ਵੀ ਕੀਤੀ ਹੈ। ਅਧਿਕਾਰੀਆਂ ਦੀ ਮਿਲੀਭੁਗਤ ਦਾ ਜ਼ਿਕਰ ਹੋਇਆ ਹੈ ਕਿ ਕਿਸਾਨਾਂ ਦੇ ਗਲਤ ਖਾਤਿਆਂ ਵਿੱਚ ਕਰੋੜਾਂ ਰੁਪਏ ਦੀ ਰਕਮ ਦਾ ਭੁਗਤਾਨ ਕਰ ਦਿੱਤਾ ਗਿਆ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਰਿਪੋਰਟ ਮੁਤਾਬਕ ਵੱਡਾ ਖੁਲਾਸਾ ਹੋਇਆ ਹੈ। कई वड्डे अधिकारी SDM का भी इस विच नाम शामिल दस्या जा रहा है। पंजाब की सरकार नूं किसान भी वड्डी चेतावनी दे चुके ने कि जेकर हल मसला ना होया तां वड्डे पद्धर ते संघर्ष दे नाल एक्सप्रैस हाईवे का हुंदा काम भी रोक दिता जाएगा। इन इल्जामां ते SDM राजेश शर्मा नाल जी पंजाब हरियाणा हिमाचल ने गलबात की। ਸਾਡੇ ਨਾਲ ਅੱਜ ਮੌਜੂਦ ਨੇ ਬਰੀਕੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਕਿ ਆਖਰਕਾਰ ਹੋਇਆ ਕੀ ਹੈ। ਰਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਤੇ। ਥੈਂਕ ਯੂ ਜੀ। ਸਰ ਹੋਇਆ ਕੀ ਹੈ? ਹਰ ਥਾਂ ਅਸੀਂ ਦੇਖ ਰਹੇ ਹਾਂ ਉੱਚ ਅਧਿਕਾਰੀਆਂ ਦਾ ਨਾਮ ਆ ਰਿਹਾ ਹੈਗਾ ਕਿ ਜਿਹੜੀਆਂ ਜ਼ਮੀਨਾਂ ਸੀਗੀਆਂ ਉਹਨਾਂ ਤੇ ਵੱਧ ਰੇਟ ਜਿਹੜੇ ਆ ਉਹ ਕਿਸਾਨਾਂ ਨੂੰ ਦਿੱਤੇ ਗਏ। ਕੀ ਲੱਗਦਾ ਵੀ ਇਸ ਵਿੱਚ ਦੋਸ਼ੀ ਕਿਹੜਾ ਹੈ? ਤੁਸੀਂ ਕਿਉਂਕਿ ਬਾਰੀਕੀ ਨਾਲ ਜਾਣਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿੱਥੇ ਅਣਗਹਿਲੀ ਹੋਈ ਹੈ? ਜਿਹੜਾ ਇਹ ਕਹਿੰਦੇ ਆ ਵੀ ਪਹਿਲੇ ਅਸੀਂ ਪੰਡੋਰੀ ਵੜੈਚ ਪਿੰਡ ਦੀ ਗੱਲ ਕਰਦੇ ਹਾਂ, ਜਿੱਥੇ ਇਹ ਕਹਿੰਦੇ ਆ ਕਿ ਇਹਨਾਂ ਨੇ ਐਗਰੀਕਲਚਰ ਦੀ ਬਜਾਏ ਕਮਰਸ਼ੀਅਲ ਬਣਾ ਕੇ ਤੇ ਪੇਮੈਂਟ 1 ਕਰੋੜ ਦੀ ਬਜਾਏ 7 ਕਰੋੜ ਕਰ ਦਿੱਤੀ ਗਈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਤੱਕ ਮੇਰੀ ਉੱਥੇ ਪੋਸਟਿੰਗ ਸੀ ਪੰਡੋਰੀ ਵੜੈਚ ਪਿੰਡ ਦੀ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਨਹੀਂ ਸੀ ਹੋਈ। ਜਿਸ ਚੀਜ਼ ਦੀ ਇਹ ਗੱਲ ਕਰਦੇ ਸੀ ਕਿ ਇੱਕ ਤਰਲੋਕ ਸਿੰਘ ਹੈ ਉੱਥੇ, ਉਸ ਨੂੰ 1 ਕਰੋੜ ਦੀ ਬਜਾਏ 7 ਕਰੋੜ ਦਿੱਤਾ ਗਿਆ। ਉਹ ਉਸ ਦੀ ਆਪਣੀ ਸਾਰੀ ਪ੍ਰਾਪਰਟੀ ਸੀ ਔਰ ਗੈਰ ਮੁਮਕਿਨ ਉਹਦੀ ਹਵੇਲੀ ਸੀ। ਔਰ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਵੀ ਮੇਰੇ ਤੋਂ ਪਹਿਲੇ ਉਹਨਾਂ ਦੀ ਜਿਹੜੀ ਹੈ ਪੇਮੈਂਟ ਬਣ ਕੇ ਆਈ ਸੀ, ਕਿਉਂਕਿ ਉਸ ਵਕਤ ਮੇਰੀ ਪੋਸਟਿੰਗ ਅੰਮ੍ਰਿਤਸਰ ਨਹੀਂ ਸੀ ਜਦੋਂ ਅਵਾਰਡ ਪਾਸ ਹੋਇਆ। ਔਰ ਉਸ ਤੋਂ ਬਾਅਦ ਉਸ ਏਰੀਏ ਦੀ ਤਕਸੀਮ ਵੀ ਹੋਈ ਸੀ। ਪਾਰਟੀਸ਼ਨ ਤੋਂ ਬਾਅਦ ਤਰਲੋਕ ਸਿੰਘ ਨੂੰ ਹੀ ਉਹ ਰਕਬਾ ਪਿਆ ਸੀਗਾ ਔਰ ਜੋ ਮੇਰੇ ਪਹਿਲੇ ਅਧਿਕਾਰੀਆਂ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਸੀ, ਕਾਨੂੰਨ ਦੇ ਮੁਤਾਬਕ ਸੀ। ਉਹਦੇ ਵਿੱਚ ਕੋਈ ਗਲਤੀ ਨਹੀਂ, ਕਿਸੇ ਨੂੰ ਉੱਥੇ ਕਮਰਸ਼ੀਅਲ ਪੈਸਾ ਦਿੱਤਾ ਹੀ ਨਹੀਂ ਗਿਆ। ਬਿਲਕੁਲ ਹੀ ਬੇਬੁਨਿਆਦ ਜਿਹੜੇ ਇਹਨਾਂ ਨੇ ਇਹ ਦੋਸ਼ ਲਾਏ ਆ, ਰਿਕਾਰਡ ਤੋਂ ਵੈਰੀਫਾਈ ਉਹ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਨੇ ਮੁਰਾਦਪੁਰੇ ਦੀ ਗੱਲ ਕੀਤੀ। ਮੁਰਾਦਪੁਰੇ ਦੇ ਵਿੱਚ ਇੱਕ ਗੱਲ ਕਰਦੇ ਆ ਇੱਕ ਦਾਰਾ ਸਿੰਘ ਦੀ ਅਤੇ ਇੱਕ ਚਰਨਜੀਤ ਸਿੰਘ ਦੀ। ਦਾਰਾ ਸਿੰਘ ਨੇ ਖੁਦ ਪੇਸ਼ ਹੋ ਕੇ ਤਿੰਨਾਂ ਭਰਾਵਾਂ ਨੇ ਮੇਰੇ ਐਪਲੀਕੇਸ਼ਨ ਦਿੱਤੀ ਸੀ ਵੀ ਜਿੱਥੇ ਜਿੱਥੇ ਸਾਡਾ ਕਬਜ਼ਾ ਸਾਨੂੰ ਉਸ ਹਿਸਾਬ ਨਾਲ ਪੇਮੈਂਟ ਦੇ ਦਿਓ, ਅਤੇ ਉਹਨਾਂ ਨੂੰ ਉਸ ਹਿਸਾਬ ਨਾਲ ਪੇਮੈਂਟ ਦੇ ਦਿੱਤੀ ਗਈ। ਬਾਅਦ 'ਚ ਮੇਰੇ ਕੋਲ ਪਲਵਿੰਦਰ ਸਿੰਘ ਮਾਲ ਇੱਕ ਇਹ ਆਇਆ ਅਤੇ ਕਰਮਜੀਤ ਸਿੰਘ ਨੰਗਲੀ ਜਿਹੜੇ ਕਿ ਆਪਣੇ ਆਪ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਕਹਿੰਦੇ ਨੇ। ਇਹਨਾਂ ਨੇ ਆ ਕੇ ਮੇਰੇ 'ਤੇ ਪ੍ਰੈਸ਼ਰ ਪਾਇਆ, ਜੀ ਤੁਸੀਂ ਇਹਨੂੰ ਦੇ ਦਿਓ, ਸਾਡੀ ਇਹਦੇ ਨਾਲ ਸੈਟਿੰਗ ਹੈ ਅਤੇ ਤੁਸੀਂ ਦਾਰਾ ਸਿੰਘ ਨੂੰ ਪੇਮੈਂਟ ਪਾਓ। ਮੈਂ ਕਿਹਾ ਯਾਰ ਕਾਨੂੰਨ ਦੇ ਮੁਤਾਬਕ ਪੇਮੈਂਟ ਜਿਹਦੀ ਮਾਲਕੀ ਹੈ ਔਰ ਜਿਹਦਾ ਕਬਜ਼ਾ ਹੈ ਉਹਨੂੰ ਹੀ ਅਸੀਂ ਦੇਣੀ ਹੈ, ਕਾਨੂੰਨ ਤੋਂ ਬਾਹਰ ਨਹੀਂ ਅਸੀਂ ਜਾ ਸਕਦੇ। ਨਾਲੇ ਜਦੋਂ ਉਸਨੇ ਲਿਖ ਕੇ ਦੇ ਦਿੱਤਾ ਹੈ, ਪਿੰਡ ਦੇ ਵਿੱਚ ਵੀ 20 ਬੰਦਿਆਂ ਨੇ ਸਾਈਨ ਕੀਤੇ, ਉੱਥੇ ਵੀ ਦਾਰਾ ਸਿੰਘ ਨੇ ਸਾਈਨ ਕੀਤੇ ਕਿ ਸਾਡੀ ਪੇਮੈਂਟ ਤਿੰਨਾਂ ਭਰਾਵਾਂ ਨੂੰ ਕਬਜ਼ੇ ਦੇ ਆਧਾਰ 'ਤੇ। ਅਸੀਂ ਇੱਥੇ ਕਹਿ ਸਕਦੇ ਹਾਂ ਕਿ ਜਿਹੜੇ ਕਾਗਜ਼ ਪੱਤਰ ਤੁਹਾਨੂੰ ਕਿਸਾਨਾਂ ਨੇ ਦਿੱਤੇ ਹੈਗੇ ਆ, ਤੁਸੀਂ ਉਸੇ ਆਧਾਰ 'ਤੇ ਹੀ ਪੈਸੇ ਜਿਹੜੇ ਆ ਉਹ ਪਰ ਭੇਜੇ ਹੈਗੇ ਵੀ ਇਹਨਾਂ ਨੂੰ ਟਰਾਂਸਫਰ ਕੀਤੇ ਜਾਣ। ਬਿਲਕੁਲ ਉਹ ਰਿਕਾਰਡ ਦੇ ਵਿੱਚ ਮੌਜੂਦ ਹੈ। ਔਰ ਬਾਅਦ ਦੇ ਵਿੱਚ ਦੂਸਰੀ ਪਾਰਟੀ ਕੋਲ ਇਹਨਾਂ ਨੇ ਪੈਸੇ ਦੀ ਡਿਮਾਂਡ ਕੀਤੀ ਦੋਨਾਂ ਨੇ, ਅਤੇ ਉਹਨਾਂ ਨੇ ਲਿਖਤੀ ਜਿਹੜਾ ਹੈ ਹਲਫੀਆ ਬਿਆਨ ਦਿੱਤਾ ਹੈ DC ਸਾਹਿਬ ਨੂੰ ਵੀ ਔਰ ਪੁਲਿਸ ਕਮਿਸ਼ਨਰ ਨੂੰ ਵੀ, ਪਰ ਫਿਰ ਵੀ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ। ਤੀਸਰੀ ਜਿਹੜਾ ਬਹੁਤ ਹੀ ਵੱਡਾ ਇੱਕ ਗੱਲ ਚੁੱਕਦੇ ਆ ਮਾਨਾ ਵਾਲੇ ਪਿੰਡ ਦੀ, ਜੀ ਦੇਖੋ ਜੀ ਉੱਥੇ ਜਿਹੜਾ ਕਮਰਸ਼ੀਅਲ ਬਣਾ ਕੇ ਉੱਥੇ ਵੀ ਪੇਮੈਂਟ ਕਰ ਦਿੱਤੀ ਗਈ। ਪਹਿਲੀ ਗੱਲ ਤਾਂ ਮਾਨਾ ਵਾਲੇ ਦੇ ਵਿੱਚ ਕੋਈ ਵੀ ਕਮਰਸ਼ੀਅਲ ਪੇਮੈਂਟ ਨਹੀਂ ਕੀਤੀ ਗਈ। ਅੱਜ ਤੱਕ ਉੱਥੇ ਪੇਮੈਂਟ ਜਿਹੜੀ ਕਮਰਸ਼ੀਅਲ ਨਹੀਂ ਸੀ ਹੋਈ। ਜਿਹੜੀ ਇਹਨਾਂ ਨੇ ਕਿਹਾ ਕਿ ਉੱਥੇ ਇੱਕ ਸਰਪੰਚ ਨੇ ਸੁਖਰਾਜ ਸਿੰਘ, ਉਹਨਾਂ ਨੂੰ ਬੈਨੀਫਿਟ ਦਿੱਤਾ ਗਿਆ ਕਮਰਸ਼ੀਅਲ ਦਾ, ਉਹਨਾਂ ਨੂੰ ਉਹ ਪੇਮੈਂਟ ਐਗਰੀਕਲਚਰ ਦੀ ਕੀਤੀ ਗਈ ਆ। ਔਰ 1 ਨੰਬਰ ਉਹਨਾਂ ਦਾ ਗੈਰ ਮੁਮਕਿਨ ਹੋਇਆ ਸੀ, ਉਹ ਵੀ ਮੇਰੇ ਜੁਆਇਨ ਕਰਨ ਤੋਂ ਪਹਿਲੇ ਦਾ ਹੋਇਆ ਸੀ। ਮੇਰੀ ਤਾਂ ਉਦੋਂ ਉੱਥੇ ਪੋਸਟਿੰਗ ਹੀ ਨਹੀਂ ਸੀ। ਔਰ ਰਾਦਰ ਇਹਦੇ ਬਾਰੇ ਮੈਂ ਇੱਕ ਲੈਟਰ ਵੀ ਲਿਖੀ ਸੀ ਹਾਈਵੇ ਨੂੰ ਵੀ ਇਹ ਜਿਹੜਾ ਰਕਬਾ ਵਾ ਇਹ ਕਮਰਸ਼ੀਅਲ ਨਹੀਂ ਹੈ, ਇਹਨਾਂ ਨੂੰ ਸਿਰਫ ਗੈਰ ਮੁਮਕਿਨ ਹੀ ਤਸਦੀਕ ਕੀਤਾ ਜਾਵੇ। ਉਹਦੇ ਨਾਲ ਸਰਕਾਰ ਦਾ ਘੱਟ ਤੋਂ ਘੱਟ 20 ਕਰੋੜ ਰੁਪਈਆ ਬਚਿਆ। ਸ਼ਰਮਾ ਜੀ ਜਿਹੜੀ ਜਾਂਚ ਰਿਪੋਰਟ ਭੇਜੀ ਗਈ ਹੈ ਹਰਪ੍ਰੀਤ ਸਿੰਘ ਹੋਣਾ ਵੱਲੋਂ, ਉਸ ਤੋਂ ਸੰਤੁਸ਼ਟ ਹੋ? ਬਿਲਕੁਲ ਨਹੀਂ ਜੀ। ਤੁਸੀਂ ਜਾਂਚ ਰਿਪੋਰਟ ਪੜ੍ਹਨਾ, ਚੱਬੇ ਪਿੰਡ ਦੀ ਜਾਂਚ ਰਿਪੋਰਟ 'ਚ ਇਹ ਲਿਖਿਆ ਗਿਆ ਕਿ ਜਿਹੜੀ ਪੇਮੈਂਟ ਬਿਲਕੁਲ ਸਹੀ ਹੋਈ ਹੈ, ਲੇਕਿਨ ਜਿਹੜਾ ਰਿਕਾਰਡ ਦੀ ਸਾਂਭ ਸੰਭਾਲ ਠੀਕ ਨਹੀਂ ਸੀ। ਜਦ ਕਿ ਰਿਕਾਰਡ ਦੀ ਸਾਂਭ ਸੰਭਾਲ ਮੈਂ ਕੱਲ੍ਹ ਹੀ DC ਸਾਹਿਬ ਨੂੰ ਜਵਾਬ ਭੇਜਿਆ, ਉਸ ਦੇ ਨਾਲ ਮੈਂ ਕਾਪੀ ਲਾਈ ਹੈ ਕਿ ਜਿਹੜਾ ਰਿਕਾਰਡ ਹੈ, ਰਿਕਾਰਡ ਦਾ ਜਿਹੜਾ ਅਸੈਸਮੈਂਟ ਰਜਿਸਟਰ ਹੈ ਉੱਤੇ ਤਹਿਸੀਲਦਾਰ ਦੇ ਵੀ ਸਾਈਨ ਹੋਏ ਆ, ਕਾਨੂੰਗੋ ਦੇ ਵੀ ਸਾਈਨ ਹੋਏ ਆ, ਪਟਵਾਰੀ ਦੇ ਵੀ ਸਾਈਨ ਹੋਏ ਆ।
ਔਰ ਜਿਹੜਾ ਡਿਸਬਰਸਮੈਂਟ ਰਜਿਸਟਰ ਹੈ, ਕਿਉਂਕਿ ਹੁਣ ਅਸੀਂ ਪੇਮੈਂਟ ਅੱਜ ਕੱਲ੍ਹ RTGS ਨਾਲ ਕਰਦੇ ਹਾਂ, ਹੁਣ ਅਸੀਂ ਚੈੱਕ ਨਹੀਂ ਇਸ਼ੂ ਕਰਦੇ। ਇਸ ਕਰਕੇ ਡਿਸਬਰਸਮੈਂਟ ਜਦੋਂ ਰਜਿਸਟਰ ਦੇ ਨਾਲ ਜਿਹੜਾ ਅਸੀਂ ਇੰਡੈਮਟੀ ਬੌਂਡ ਲੈਂਦੇ ਹਾਂ ਔਰ ਇੱਕ ਪੋਜੈਸ਼ਨ ਸਰਟੀਫਿਕੇਟ ਲੈਂਦੇ ਹਾਂ, ਉਹ ਸਾਰਾ ਰਿਕਾਰਡ ਉੱਥੇ ਮੌਜੂਦ ਹੈ। ਇਸੇ ਤਰ੍ਹਾਂ ਜਿਹੜਾ ਮਾਨਾ ਵਾਲੇ ਦਾ ਉਹਨਾਂ ਨੇ ਜਿਹੜੇ ਐਲੀਗੇਸ਼ਨ ਲਾਏ ਆ, ਉਹ ਮੈਂ ਤੁਹਾਨੂੰ ਦੱਸ ਹੀ ਦਿੱਤੇ ਕਿ ਮੇਰੇ ਤੋਂ ਪਹਿਲੇ ਹੀ ਉਹ ਰੈਜ਼ੀਡੈਂਸ਼ੀਅਲ ਹੋਇਆ ਔਰ ਕਮਰਸ਼ੀਅਲ ਅੱਜ ਤੱਕ ਉੱਥੇ ਕਿਸੇ ਨੂੰ ਦਿੱਤਾ ਹੀ ਨਹੀਂ ਗਿਆ। ਔਰ ਜਿਹੜਾ ਉੱਥੇ ਕੰਪਲੇਨੈਂਟ ਹੈ, ਉਹ ਤੇ ਉਸ ਪਿੰਡ ਦਾ ਰਹਿਣ ਵਾਲਾ ਵੀ ਨਹੀਂ, ਉਹ ਤੇ ਜਾਣ ਕੇ ਉਹਨਾਂ ਕੋਈ ਆਪਸੀ ਰੰਜਿਸ਼ ਕਰਕੇ ਉਹਨਾਂ ਨੇ ਕੰਪਲੇਂਟ ਕੀਤੀ ਹੈ, ਜਦ ਕਿ ਮੇਰੇ ਤੋਂ ਪਹਿਲੇ ਹੀ ਉਹ ਗੈਰ ਮੁਮਕਿਨ ਡਿਕਲੇਅਰ ਹੋਇਆ, ਅਵਾਰਡ ਵੀ ਪਹਿਲੇ ਹੋਇਆ। ਜਿੰਨੀ ਵੀ ਪੇਮੈਂਟ ਕੀਤੀ ਹੈ ਮਾਲਿਕ ਔਰ ਜਿਸ ਮਾਲਿਕ ਨੇ ਹਾਈਵੇ ਨੂੰ ਕਬਜ਼ਾ ਦਿੱਤਾ ਉਹਨਾਂ ਨੂੰ ਕੀਤੀ ਗਈ ਹੈ, ਕੋਈ ਕਾਨੂੰਨ ਤੋਂ ਬਾਹਰ ਜਾ ਕੇ ਨਹੀਂ ਕੀਤਾ। ਔਰ ਜਿਹੜਾ ਨੈਸ਼ਨਲ ਹਾਈਵੇ ਐਕਟ ਹੈ ਸੈਕਸ਼ਨ 3G ਸਬ ਸੈਕਸ਼ਨ 3, ਉਹਦੇ 'ਚ ਬੜਾ ਕਲੀਅਰ ਲਿਖਿਆ ਕਿ ਜਿਹੜਾ SDM ਹੈ ਲੈਂਡ ਐਕੁਜੀਸ਼ਨ ਕਲੈਕਟਰ, ਸਾਰੀ ਪਾਵਰ ਉਹਦੇ ਕੋਲ ਹੈ, ਉਹ ਪੇਮੈਂਟ ਕਰੇਗਾ। ਜੇ ਕਿਸੇ ਨੂੰ ਕੋਈ ਇਤਰਾਜ਼ ਹੈ, ਉਹ ਪ੍ਰਿੰਸੀਪਲ ਸਿਵਲ ਕੋਰਟ ਦੇ ਵਿੱਚ ਜਾ ਸਕਦਾ ਹੈ। ਇਸ ਦੇ ਵਿੱਚ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਇਨਕੁਆਇਰੀ ਪੜਤਾਲ ਕੁਝ ਨਹੀਂ ਹੋ ਸਕਦਾ। ਔਰ ਇਸੇ ਕਰਕੇ ਹੁਣ 3 ਕੇਸ ਜਿਹੜੇ ਆ ਹਾਈ ਕੋਰਟ 'ਚ ਚਲੇ ਗਏ ਆ ਔਰ ਇੱਕ ਚੱਬੇ ਦਾ ਕੇਸ ਹੈ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸਟੇ ਕਰ ਦਿੱਤਾ ਹੈ ਵੀ ਤੁਸੀਂ ਰਿਕਵਰੀ ਨਹੀਂ ਕਰ ਸਕਦੇ, ਕੋਈ ਕਾਰਵਾਈ ਨਹੀਂ ਕਰ ਸਕਦੇ। ਕੈਮਰਾਮੈਨ ਸ਼ੁਭਮ ਦੇ ਨਾਲ ਪਰਮਵੀਰ ਔਲਖ, ਜ਼ੀ ਮੀਡੀਆ, ਅੰਮ੍ਰਿਤਸਰ।